हाँ जी स्टूडेंट्स, इस लैक्चर ਦੇ ਵਿੱਚ ਆਪਾਂ ਕਰਾਂਗੇ ਵਿਰਲਾ ਅੰਬਾਨੀ ਰਿਪੋਰਟ ਔਨ ਪ੍ਰਾਈਵੇਟਾਈਜੇਸ਼ਨ ਆਫ ਹਾਇਰ ਐਜੂਕੇਸ਼ਨ 2000। ਤਾਂ ਇਸ ਜਿਹੜਾ ਸਿੱਖਿਆ ਦਾ ਜਿਹੜਾ ਨਿੱਜੀਕਰਨ ਹੈ ਭਾਰਤ ਵਿੱਚ ਆਰਥਿਕ ਸੁਧਾਰ 1991 ਦੇ ਵਿੱਚ ਪ੍ਰਸਤਾਵਿਤ ਹੋਏ ਅਤੇ ਇਹਨਾਂ ਕਾਰਨ ਸਰਵਜਨਕ ਜਿਹੜਾ ਵਸਟ ਅਤੇ ਸਖਤ ਦਬਾਅ ਆਰੋਪਿਤ ਹੋਏ ਜਿਨ੍ਹਾਂ ਦਾ ਪ੍ਰਭਾਵ ਸਿੱਖਿਆ ਦੇ ਖੇਤਰ ਦੇ ਵਿੱਚ ਪਿਆ। ਤਾਂ ਇਸ ਜਿਹੜਾ ਇਹ ਪ੍ਰਾਈਵੇਟੇਸ਼ਨ ਦੀ ਜਿਹੜੀ ਇਹ ਨੀਤੀ ਸੀ ਤਾਂ ਇਸ ਦਾ ਸਰਕਾਰ ਵੱਲੋਂ ਮਤਲਬ ਕਿ ਇਹ ਜੋ ਰਿਪੋਰਟ ਪੇਸ਼ ਕੀਤੀ ਗਈ ਉਹਦੇ ਵਿੱਚ ਕਿਹਾ ਗਿਆ ਕਿ ਸਿਰਫ ਜਿਹੜੀ ਪ੍ਰਾਇਮਰੀ ਅਤੇ ਸੈਕੰਡਰੀ ਐਜੂਕੇਸ਼ਨ ਹੈ ਉਸ ਦੀ ਜ਼ਿੰਮੇਵਾਰੀ ਹੀ ਸਰਕਾਰ ਦੀ ਬਣਦੀ ਹੈ, ਜਿਹੜੀ ਹਾਇਰ ਐਜੂਕੇਸ਼ਨ ਹੈ ਉਸ ਦਾ ਨਿੱਜੀਕਰਨ ਹੋ ਜਾਣਾ ਚਾਹੀਦਾ। ਤਾਂ ਇਸ ਰਿਪੋਰਟ ਦੇ ਵਿੱਚ ਉੱਚ ਸਿੱਖਿਆ ਦੀ ਤੇਜ਼ ਗਤੀ ਨਾਲ ਵੱਧਦੀਆਂ ਜ਼ਰੂਰਤਾਂ ਕਾਰਨ ਸਰਕਾਰ ਨੇ ਮਹਿਸੂਸ ਕੀਤਾ ਕਿ ਸਾਰਵਜਨਿਕ ਬਜਟ ਉੱਚ ਸਿੱਖਿਆ ਨੂੰ ਵਿਸ਼ਾਲ ਰੂਪ ਨਾਲ ਪੋਸ਼ਿਤ ਪੂਰਾ ਕਰਨ ਦੇ ਵਿੱਚ ਅਸਮਰੱਥ ਹੈ। ਇਸ ਕਾਰਨ ਸਰਕਾਰ ਨੇ ਕੁਝ ਮਾਤਰਾ ਵਿੱਚ ਵਿਦਿਆਰਥੀਆਂ ਦੀਆਂ ਫੀਸਾਂ ਦੇ ਵਿੱਚ ਵਾਧਾ, ਵਿਦਿਆਰਥੀ ਲੋਨ ਅਤੇ ਨਿੱਜੀਕਰਨ ਦਾ ਜਿਹੜਾ ਕਦਮ ਹੈ ਇਸ ਦੇ ਲਈ ਚੁੱਕਿਆ। ਤਾਂ ਇਸ ਤਰ੍ਹਾਂ ਇਸ ਸੰਬੰਧੀ ਵੱਖ-ਵੱਖ ਜਿਹੜੀਆਂ ਰਿਪੋਰਟਸ ਨੇ ਉਹ ਪੇਸ਼ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਪੁੰਨੀਆ ਕਮੇਟੀ 1992 to 93। ਤਾਂ ਇਸ ਕਮੇਟੀ ਨੂੰ ਯੂਨੀਵਰਸਿਟੀ ਗ੍ਰਾਂਟ ਆਯੋਗ ਨਿਯੁਕਤ ਕੀਤਾ ਗਿਆ। ਤਾਂ ਇਸ ਕਮੇਟੀ ਨੇ ਯੂਨੀਵਰਸਿਟੀ ਦੁਆਰਾ ਕਰ ਉਤਪਤੀ ਦੇ ਵੱਖ-ਵੱਖ ਤਰੀਕਿਆਂ ਨੂੰ ਭਾਵ ਕਿ ਕਿਸ ਤਰ੍ਹਾਂ ਜਿਹੜੀ ਹਾਇਰ ਐਜੂਕੇਸ਼ਨ ਹੈ ਉਸ ਦੇ ਲਈ ਜਿਹੜਾ ਕਰ ਦਾ ਜਿਹੜਾ ਪ੍ਰਬੰਧ ਹੈ ਟੈਕਸ ਹੈ ਉਹ ਕਿਸ ਤਰ੍ਹਾਂ ਟੈਕਸ ਲੈਣਾ ਹੈ ਅਤੇ ਕਿੰਨੇ % ਟੈਕਸ ਲੈਣਾ ਹੈ ਇਸ ਦੇ ਵਿੱਚ ਵਿਵਸਥਾ ਕੀਤੀ ਗਈ ਹਾਇਰ ਐਜੂਕੇਸ਼ਨ ਦੇ ਲਈ। ਤਾਂ ਡਾਕਟਰ ਜਿਹੜੀ ਸਵਾਮੀਨਾਥਨ ਪਟੇਲ ਪੈਨਲ 1990 ਰਿਪੋਰਟ ਹੈ ਤਾਂ ਇਹਦੇ ਵਿੱਚ ਕੀ ਹੈ ਜਿਹੜੀ ਟੈਕਨੀਕਲ ਜਿਹੜੀ ਐਜੂਕੇਸ਼ਨ ਹੈ ਉਸ ਨੂੰ ਮਤਲਬ ਕਿ ਵਿਸ਼ੇਸ਼ ਜਿਹੜਾ ਸਥਾਨ ਹੈ ਉਹ ਦਿੱਤਾ ਗਿਆ। ਤਾਂ ਨੈਕਸਟ ਹੈ ਭਾਰਤ ਵਿੱਚ ਉੱਚ ਸਿੱਖਿਆ ਪਰਿਕਲਪਨਾ ਐਂਡ ਲਾਗੂ ਕਰਨਾ। ਤਾਂ ਭਾਰਤ ਤਤਕਾਲੀ ਮਾਨਵ ਸੰਸਾਧਨ ਮੰਤਰੀ ਡਾਕਟਰ ਮੁਰਲੀ ਮਨੋਹਰ ਜੋਸ਼ੀ ਨੇ 1998 ਨੂੰ ਇੱਕ ਰਾਸ਼ਟਰੀ ਪੱਤਰ ਭਾਰਤ ਵਿੱਚ ਉੱਚ ਸਿੱਖਿਆ ਪਰਿਕਲਪਨਾ ਅਤੇ ਲਾਗੂ ਕਰਨਾ ਵਿੱਚ ਪ੍ਰਗਟ ਕੀਤਾ, ਜਿਸ ਦੇ ਵਿੱਚ ਸਰਕਾਰ ਭਾਰਤ ਵਿੱਚ ਨਿੱਜੀ ਸਿੱਖਿਆ ਦੀ ਪਹਿਲ ਚਾਹੁੰਦੀ ਹੈ ਨਾ ਕਿ ਵਿਵਸਾਈਕਰਨ। ਤਾਂ ਜਿਹੜੀ ਉਸ ਤੋਂ ਜਿਹੜੀ ਨੈਕਸਟ ਰਿਪੋਰਟ ਹੈ ਜੋ ਆਪਾਂ ਅੱਜ ਪੜ੍ਹਨੀ ਹੈ ਉਹ ਹੈਗੀ ਹੈ ਵਿਰਲਾ ਅੰਬਾਨੀ ਰਿਪੋਰਟ ਔਨ ਪ੍ਰਾਈਵੇਟੇਸ਼ਨ ਆਫ ਹਾਇਰ ਐਜੂਕੇਸ਼ਨ। ਤਾਂ ਇਸ ਰਿਪੋਰਟ ਦੇ ਵਿੱਚ ਪ੍ਰਧਾਨ ਮੰਤਰੀ ਨੇ ਵਪਾਰ ਅਤੇ ਉਦਯੋਗ ਸੰਗਠਨ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਦਾ ਪ੍ਰਧਾਨ ਕੁਮਾਰ ਮੰਗਲਮ ਬਿਰਲਾ ਅਤੇ ਮੁਕੇਸ਼ ਅੰਬਾਨੀ ਸੀ। ਤਾਂ ਇਸ ਕਮੇਟੀ ਦਾ ਜਿਹੜਾ ਮੁੱਖ ਮਕਸਦ ਸੀ ਉਹ ਹਾਇਰ ਐਜੂਕੇਸ਼ਨ ਦੇ ਵਿੱਚ ਸੁਧਾਰ ਕਰਨਾ ਸੀ। ਤਾਂ ਇਸ ਲਈ ਇਹਨਾਂ ਨੇ ਹੇਠ ਲਿਖੇ ਸੁਝਾਅ ਦਿੱਤੇ ਕਿ ਇਸ ਕਮੇਟੀ ਨੇ ਸਿੱਖਿਆ ਨੂੰ ਲਾਭਦਾਇਕ ਬਾਜ਼ਾਰ ਮੰਨਿਆ। ਕਹਿੰਦੇ ਵੀ ਸਰਕਾਰ ਨੂੰ ਸਿਰਫ ਪ੍ਰਾਥਮਿਕ ਮੁੱਢਲੀ ਸਿੱਖਿਆ ਤੱਕ ਹੀ ਸੀਮਿਤ ਰਹਿਣਾ ਚਾਹੀਦਾ, ਉੱਚ ਸਿੱਖਿਆ ਜਿਹੜੀ ਉਹ ਪ੍ਰਾਈਵੇਟ ਕਰ ਦੇਣੀ ਚਾਹੀਦੀ ਹੈ। ਨਿੱਜੀ ਪ੍ਰਾਈਵੇਟ ਯੂਨੀਵਰਸਿਟੀਆਂ ਬਿੱਲ ਪਾਸ ਹੋਣਾ ਚਾਹੀਦਾ ਹੈ। ਉੱਚ ਸਿੱਖਿਆ ਖੇਤਰ ਵਿੱਚ ਉਪਯੋਗਕਰਤਾ ਖਰਚੇ ਸਿਧਾਂਤਾਂ ਨੂੰ ਲਾਗੂ ਕਰਨਾ। ਆਰਥਿਕ ਅਤੇ ਸਮਾਜਿਕ ਪੱਖੋਂ ਪਿਛੜੇ ਵਰਗ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਰਜ਼ਾ ਅਤੇ ਗ੍ਰਾਂਟ ਆਦਿ ਦੇਣਾ। ਤਾਂ ਇਸ ਦੇ ਵਿੱਚ ਕੀ ਹੈ ਕਿ ਜਿਹੜਾ ਵਿਸ਼ੇਸ਼ ਜ਼ੋਰ ਹੈ ਉਹ ਪ੍ਰਾਇਮਰੀ ਅਤੇ ਸੈਕੰਡਰੀ ਐਜੂਕੇਸ਼ਨ ਵੱਲ ਦਿੱਤਾ ਗਿਆ ਕਿ ਜਿਹੜਾ ਹਾਇਰ ਐਜੂਕੇਸ਼ਨ ਹੈ ਉਸ ਦਾ ਨਿੱਜੀਕਰਨ ਹੈ ਜਿਹੜਾ ਉਹ ਕੀਤਾ ਜਾਵੇ। ਤਾਂ ਇਸ ਤਰ੍ਹਾਂ ਇਸ ਕਮੇਟੀ ਦੀਆਂ ਕੁਝ ਰਿਕਮੈਂਡੇਸ਼ਨ ਸੁਝਾਅ ਨੇਗੇ, ਸਿਫਾਰਿਸ਼ਾਂ ਨੇ ਜਿਹਦੇ ਵਿੱਚ ਕੀ ਹੈ ਪ੍ਰਾਇਮਰੀ ਐਂਡ ਸੈਕੰਡਰੀ ਐਜੂਕੇਸ਼ਨ ਨੂੰ ਮਤਲਬ ਕਿ ਮੇਨ ਜਿਹੜਾ ਉਹ ਮੰਨਿਆ ਹੈ, ਜਿਹਦੇ ਵਿੱਚ ਕਿਹਾ ਗਿਆ ਕਿ 14 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਿੱਖਿਆ ਹੈ ਜਿਹੜੀ ਉਹ ਲਾਜ਼ਮੀ ਦੇਣੀ ਚਾਹੀਦੀ ਹੈ। ਟੀਚਰ ਐਜੂਕੇਸ਼ਨ ਜਿਸ ਦੇ ਵਿੱਚ ਜਿਹੜਾ ਮਤਲਬ ਕਿ ਟੀਚਰ ਹੈ ਉਸ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਵਧੀਆ ਹੋਣੀ ਚਾਹੀਦੀ ਹੈ। ਇੰਦਰੀਆਂ ਦੁਆਰਾ ਸਿੱਖਣਾ ਜਿਹਦੇ ਵਿੱਚ ਵਿਦਿਆਰਥੀ ਹੈ ਜਿਹੜਾ ਉਹ ਆਪਣੀਆਂ ਇੰਦਰੀਆਂ ਦੁਆਰਾ ਆਪਣੇ ਅੰਦਰ ਮਤਲਬ ਕਿ ਜਾਗ੍ਰਿਤੀ ਹੈ ਜਿਹੜਾ ਉਹ ਉਤਪੰਨ ਕਰੇ। ਟੈਕਨੋਲੋਜੀ ਸਿੱਖਿਆ ਦਾ ਮਤਲਬ ਕਿ ਜਿਹੜਾ ਮੇਨ ਮੁੱਦਾ ਹੈ ਕਿ ਸਮਾਰਟ ਸਕੂਲਾਂ ਵਿੱਚ ਵਾਧਾ ਹੋਵੇ ਅਤੇ ਉਹ ਕੰਪਿਊਟਰ ਦੇ ਨੈੱਟਵਰਕ ਨੂੰ ਏਕੀਕ੍ਰਿਤ ਕਰਨਾ। ਤਾਂ ਅਧਿਆਪਕ ਇੱਕ ਸੁਵਿਧਾ ਜਿਹੜਾ ਮਤਲਬ ਕਿ ਸੁਵਿਧਾ ਪ੍ਰਦਾਨ ਕਰਦਾ ਹੈ, ਤਾਂ ਕਰਕੇ ਵੀ ਅਧਿਆਪਕ ਹੈ ਜਿਹੜਾ ਉਹ ਵਧੀਆ ਨੌਲੇਜ ਵਾਲਾ ਹੋਣਾ ਚਾਹੀਦਾ ਹੈ। ਸੈਕੰਡਰੀ ਸਿੱਖਿਆ ਹਰ ਇੱਕ ਲਈ ਜ਼ਰੂਰੀ ਹੈ। ਉਸ ਤੋਂ ਜ਼ਿਆਦਾ ਜਿਹੜੀ ਵੈਲਿਊ ਐਜੂਕੇਸ਼ਨ ਹੈ ਉਸ ਦੇ ਨਾਲ ਬੱਚੇ ਦੀਆਂ ਜਿਹੜੀਆਂ ਨੈਤਿਕ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਦੇ 'ਚ ਵਾਧਾ ਹੁੰਦਾ। ਸਧਾਰਨ ਰਾਸ਼ਟਰੀ ਵਿਸ਼ਾ ਸੂਚੀ ਜਿਹਦੇ ਵਿੱਚ ਕੀ ਹੈ ਉਸ ਨੂੰ ਆਪਣੇ ਸਮਾਜ, ਉਸ ਨੂੰ ਸੱਭਿਆਚਾਰ, ਆਪਣੀ ਸੰਸਕ੍ਰਿਤੀ ਬਾਰੇ ਜਿਹੜੀ ਜਾਣਕਾਰੀ ਵਿਦਿਆਰਥੀ ਨੂੰ ਪ੍ਰੋਵਾਈਡ ਕਰਵਾਈ ਜਾਵੇ। ਪ੍ਰਬੰਧਨ ਵਿਕੇਂਦਰੀਕਰਨ ਦੇ ਵਿੱਚ ਕੀ ਹੈ ਕਿ ਸਥਾਨਕ ਪੱਧਰ 'ਤੇ ਸਰਕਾਰਾਂ ਨੇ ਜਿਹੜਾ ਉਹ ਸਿੱਖਿਆ ਦਾ ਕੰਮ ਸੰਭਾਲਣਾ।
ਵਿਚਾਰ ਕੇਂਦਰਿਤ ਸੰਖਿਆ ਜਿਹਦੇ ਵਿੱਚ ਕੀ ਹੈ ਕਿ ਉਹ ਵਿਸ਼ੇਸ਼ਿਆਂ ਅਤੇ ਸਹੂਲਤਾਂ ਨਿਰੰਤਰ ਉੱਚਾ ਚੱਕਦੇ ਰਹਿਣ। ਸਮਾਨ ਐਡਮਿਸ਼ਨ ਦਾਖਲਾ ਟੈਸਟ ਕਿ ਕਾਮਨ ਐਡਮਿਸ਼ਨ ਟੈਸਟ ਕਿ ਐਡਮਿਸ਼ਨ ਦੇ ਲਈ ਜਿਹੜੇ ਟੈਸਟ ਦੀ ਜਿਹੜੀ ਵਿਵਸਥਾ ਹੈ ਉਹ ਕੀਤੀ ਜਾਵੇ। ਨਿੱਜੀ ਯੂਨੀਵਰਸਿਟੀਆਂ ਦੀ ਵੱਧ ਤੋਂ ਵੱਧ ਸਥਾਪਨਾ ਕੀਤੀ ਜਿਸ ਦੇ ਨਾਲ ਆਰਥਿਕ ਸਾਧਨਾਂ ਦੇ ਵਿੱਚ ਜਿਹੜਾ ਵਾਧਾ ਹੋਵੇ। ਰੇਟਿੰਗ ਪ੍ਰਣਾਲੀ ਜਿਹਦੇ ਵਿੱਚ ਕੀ ਹੈ ਗ੍ਰੇਡਿੰਗ ਸਿਸਟਮ ਦੇ ਆਧਾਰ 'ਤੇ ਜਿਹੜੀ ਇੰਸਟੀਚਿਊਟ ਹੈ ਕੋਈ ਸੰਸਥਾ ਹੈ ਉਸ ਦਾ ਜਿਹੜੇ ਰੇਟਿੰਗ ਸਿਸਟਮ ਦੇ ਆਧਾਰ 'ਤੇ ਉਸ ਨੂੰ ਵਧੀਆ ਘਟੀਆ ਜਿਹੜਾ ਉਹ ਐਲਾਨਿਆ ਜਾਂਦਾ ਹੈ। ਸਿੱਧਾ ਵਿਦੇਸ਼ੀ ਨਿਵੇਸ਼ ਖੇਤਰ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਆਰੰਭ ਤੋਂ ਹੀ ਵਿਗਿਆਨ ਤਕਨੀਕੀ ਤੱਕ ਹੀ ਸੀਮਿਤ ਰੱਖਣਾ। ਨੈਕਸਟ ਹੈ ਮਾਰਕੀਟਿੰਗ ਆਫ ਇੰਡੀਅਨ ਐਜੂਕੇਸ਼ਨ ਇਨ ਅਬਰੋਡ। ਭਾਰਤੀ ਯੂਨੀਵਰਸਿਟੀ ਸੰਸਥਾਵਾਂ ਨੂੰ ਜਿਹੜੀਆਂ ਮਤਲਬ ਕਿ ਪ੍ਰੇਰਿਤ ਕਰਨ ਦੇ ਲਈ ਦੇਸ਼ੀ ਵਿਦਿਆਰਥੀ ਨੂੰ ਆਕਰਸ਼ਿਤ ਕਰਨਾ। ਤਾਂ ਇਸ ਤਰ੍ਹਾਂ ਦੇ ਜਿਹੜੇ ਅੰਤਰਰਾਸ਼ਟਰੀ ਜਿਹੜੇ ਸਕੂਲ ਅਤੇ ਸੰਸਥਾਵਾਂ ਨੇ ਉਹਨਾਂ ਦਾ ਸਥਾਪਨ ਕਰਨਾ। ਨੈਕਸਟ ਹੈ ਰਾਜਨੀਤੀਕਰਨ। ਸਾਰੇ ਰਾਜਨੀਤਿਕ ਦਲਾਂ ਦਾ ਇੱਕੋ ਇੱਕ ਮਤ ਹੋਣਾ ਚਾਹੀਦਾ ਕਿ ਯੂਨੀਵਰਸਿਟੀਆਂ ਦੇ ਵਿੱਦਿਅਕ ਸੰਸਥਾਵਾਂ ਤੋਂ ਦੂਰ ਰਹਿਣਗੇ ਅਤੇ ਇਹਨਾਂ ਵਿੱਚੋਂ ਕਿਸੇ ਕਿਸਮ ਦੀ ਜਿਹੜੀ ਰਾਜਨੀਤਿਕ ਗਤੀਵਿਧੀ ਨਹੀਂ ਹੋਊਗੀ। ਭਾਵ ਕਿ ਸੰਪੂਰਨ ਤੌਰ 'ਤੇ ਜਿਹੜਾ ਪ੍ਰਾਈਵੇਟੇਸ਼ਨ ਨਿੱਜੀਕਰਨ ਦੀ ਗੱਲ ਇਸ ਰਿਪੋਰਟ ਦੇ ਵਿੱਚ ਕਹੀ ਗਈ ਹੈ। ਵਿਕਲਪ ਸਿੱਖਿਆ ਦੇ ਅਵਸਰ ਘੱਟ ਸੁਵਿਧਾ ਪ੍ਰਾਪਤ ਬੱਚਿਆਂ ਲਈ ਵੱਖ-ਵੱਖ ਕਾਰਜਕ੍ਰਮ ਵਰਗੀ ਵਿਕਲਪ ਸਿੱਖਿਆ ਦੇ ਅਵਸਰ ਮਿਲਣਗੇ। ਸਰਕਾਰੀ ਨਿਯੰਤਰਣ ਉਹਨਾਂ ਸੰਸਥਾਵਾਂ ਨੂੰ ਜੋ ਸਰਕਾਰ ਦੇ ਆਰਥਿਕ ਸਹਾਇਤਾ ਨਾਲ ਨਿਰਭਰ ਨਹੀਂ ਹਨ ਉਹਨਾਂ 'ਤੇ ਕਿਸੇ ਵੀ ਪ੍ਰਕਾਰ ਦਾ ਜਿਹੜਾ ਸਰਕਾਰ ਦਾ ਜਿਹੜਾ ਨਿਯੰਤਰਣ ਹੈ ਕੰਟਰੋਲ ਹੈ ਉਹ ਨਹੀਂ ਹੋਣਾ ਚਾਹੀਦਾ। ਵਿੱਤ ਪੋਸ਼ਣ ਫਿਨਾਂਸਿੰਗ ਕਿ ਮੁੱਢਲੀ ਸਿੱਖਿਆ ਅਤੇ ਸਾਖਰਤਾ ਦੇ ਵਿਕਾਸ ਲਈ ਇੱਕ ਖਜ਼ਾਨੇ ਦੀ ਸਥਾਪਨਾ। ਇਸ ਖਜ਼ਾਨੇ ਵਿੱਚ ਦਾਨ ਦੇਣ ਵਾਲੇ ਨੂੰ ਆਮਦਨ ਕਰ ਛੋਟ ਦੇਣਾ। ਇੱਕ ਅਜਿਹੀ ਕ੍ਰੈਡਿਟ ਮਾਰਕੀਟ ਦੀ ਸਥਾਪਨਾ ਕਰਨਾ ਜੋ ਉੱਚ ਸਿੱਖਿਆ ਦੇ ਖਰਚ ਵਿੱਚ ਵਿੱਤੀ ਸਹਾਇਤਾ ਕਰੇ। ਤਾਂ ਇਸ ਤਰ੍ਹਾਂ ਇਸ ਰਿਪੋਰਟ ਦੀ ਜਿਹੜੀ ਕੁਝ ਕੁ ਜਿਹੜੀ ਆਲੋਚਨਾ ਹੋਈ ਹੈ ਸਵੈ ਕੇਂਦਰਿਤ ਬਿਰਲਾ ਹਵਾਨੀ ਦੀ ਜਿਹੜੀ ਇਹ ਰਿਪੋਰਟ ਹੈ ਨਿੱਜੀਕਰਨ ਦੀ। ਇਸ ਵਿੱਚ ਕਿੱਤਾਕਾਰਾਂ ਦਾ ਪੂਰਾ ਨਿਯੰਤਰਣ ਹੋਵੇ ਅਤੇ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਹੋਵੇ। ਸਿੱਖਿਆ ਅਜਿਹੇ ਕਰਮਚਾਰੀਆਂ ਦਾ ਵਿਕਾਸ ਕਰੇ ਜਿਨ੍ਹਾਂ ਵਿੱਚ ਨਵੀਂ ਕੁਸ਼ਲਤਾ ਹੋਵੇ ਨਵੀਆਂ ਖੋਜਾਂ ਦੀ ਸਮਰੱਥਾ ਹੋਵੇ। ਤਾਂ ਇਸ ਤਰ੍ਹਾਂ ਇਸ ਵਿਚਾਰਧਾਰਾ ਦੇ ਵਿੱਚ ਉਹ ਮਤਲਬ ਕਿ ਸੰਪੂਰਨ ਤੌਰ 'ਤੇ ਪਰਿਵਰਤਨ ਕਰਨਾ ਚਾਹੁੰਦੇ ਸੀ ਜਿਸ ਨੂੰ ਕਿ ਮਤਲਬ ਕਿ ਇਹ ਮੁੱਢਲੇ ਤੌਰ 'ਤੇ ਇਹਨਾਂ ਦੇ ਸਿਫਾਰਸ਼ ਨੂੰ ਜਿਹੜਾ ਮਤਲਬ ਕਿ ਉਹਨਾਂ ਦਾ ਸਵਾਰਥ ਹੈ ਉਸ ਨੂੰ ਇਹ ਪੇਸ਼ ਕਰਦੀ ਹੈ ਰਿਪੋਰਟ। ਉੱਚ ਸਿੱਖਿਆ ਦਾ ਉਹ ਸੰਪੂਰਨ ਤੌਰ 'ਤੇ ਨਿੱਜੀਕਰਨ ਚਾਹੁੰਦੇ ਸੀਗੇ ਕਿ ਸਿਰਫ ਪ੍ਰਾਇਮਰੀ ਅਤੇ ਜਿਹੜੀ ਸੈਕੰਡਰੀ ਐਜੂਕੇਸ਼ਨ ਹੈ ਉਸ ਨੂੰ ਹੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜਿਹੜੀ ਹਾਇਰ ਐਜੂਕੇਸ਼ਨ ਹੈ ਉਸ ਦਾ ਨਿੱਜੀਕਰਨ ਹੈ ਜਿਹੜਾ ਉਹ ਕਰ ਦੇਣਾ ਚਾਹੀਦਾ ਹੈ। ਸਿੱਖਿਆ ਦੇ ਖਰਚ ਦਾ ਵਧਣਾ ਇਸ ਦੇ ਨਾਲ ਕੀ ਹੈ ਨਿੱਜੀਕਰਨ ਦੇ ਨਾਲ ਸਿੱਖਿਆ ਦਾ ਜਿਹੜਾ ਖਰਚ ਹੈ ਉਹ ਵੱਧ ਗਿਆ ਜੋ ਕਿ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਗਿਆ। ਹਾਇਰ ਐਜੂਕੇਸ਼ਨ ਦਾ ਵਪਾਰੀਕਰਨ ਕਰ ਦਿੱਤਾ ਗਿਆ ਇਸ ਰਿਪੋਰਟ ਦੇ ਵਿੱਚ। ਕੈਂਪਸ ਦੇ ਵਿੱਚ ਜਿਹੜੀਆਂ ਰਾਜਨੀਤਿਕ ਗਤੀਵਿਧੀਆਂ 'ਤੇ ਰੋਕ ਲਗਾ ਦਿੱਤੀ ਗਈ ਕਿਉਂਕਿ ਜਿਹੜੀਆਂ ਹਾਇਰ ਐਜੂਕੇਸ਼ਨ ਜਿਹੜੀ ਸੰਸਥਾਵਾਂ ਨੇ ਉਹ ਸਰਕਾਰ ਦੇ ਅਧੀਨ ਨਹੀਂ ਹੋਣਗੀਆਂ ਉਹ ਪ੍ਰਾਈਵੇਟ ਹੋਣਗੀਆਂ ਤਾਂ ਉਹਨਾਂ ਦੇ ਉੱਤੇ ਰਾਜਨੀਤਿਕ ਜਿਹੜੇ ਦਲ ਨੇ ਉਹਨਾਂ ਦਾ ਵੀ ਅਧਿਕਾਰ ਨਹੀਂ ਹੋਊਗਾ। ਉੱਚ ਸਿੱਖਿਆ ਵਿੱਚ ਵਾਧਾ ਤਾਂ ਇਸ ਵਿੱਚ ਕੇਵਲ ਵਿਵਸਾਇਕ ਕੋਰਸ ਦੀ ਮੰਗ 'ਤੇ ਵਾਧਾ ਹੋਵੇਗਾ ਜਿਸ ਕਾਰਨ ਪਰੰਪਰਾਗਤ ਵਿਸ਼ਾ ਪਾਛੜ ਜਾਵੇਗਾ। ਭਾਵ ਕਿ ਜੋ ਕਿ ਉਹਨਾਂ ਨੇ ਟੈਕਨੋਲੋਜੀਕਲ ਜਾਂ ਮਤਲਬ ਕਿ ਜਿਹੜੀ ਵੋਕੇਸ਼ਨਲ ਐਜੂਕੇਸ਼ਨ ਹੈ ਇਸ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਹੈ। ਕਮਜ਼ੋਰ ਅਤੇ ਦਲਿਤ ਵਰਗ ਦੇ ਲਈ ਠੀਕ ਨਹੀਂ ਕਿਉਂਕਿ ਉਹ ਇੰਨਾ ਖਰਚਾ ਜਿਹੜਾ ਉਹ ਨਹੀਂ ਚੱਲ ਸਕਦੇ। ਤਾਂ ਨੈਕਸਟ ਉਸ ਤੋਂ ਅੱਗੇ ਹੈ ਯੂਨੈਸਕੋ ਦੇ ਵਿਚਾਰ ਤੋਂ ਵਿਪਰੀਤ। ਸੰਨ 2000 ਵਿੱਚ ਸਰਕਾਰ ਨੇ ਉੱਚ ਸਿੱਖਿਆ ਦੇ ਟਾਸਕ ਫੋਰਸ ਦਾ ਗਠਨ ਕੀਤਾ ਜਿਸ ਦੀ ਪ੍ਰਧਾਨਗੀ ਅੰਬਾਨੀ ਬਿਰਲਾ ਨੇ ਕੀਤੀ। ਜੋ ਸੰਦੇਸ਼ ਉਹਨਾਂ ਨੇ ਦਿੱਤੇ ਕਿ ਯੂਨੈਸਕੋ ਦੀ ਕਲਪਨਾ ਦੇ ਬਿਲਕੁਲ ਉਲਟ ਸੀਗਾ। ਤਾਂ ਜਿਹੜੀ ਯੂਨੈਸਕੋ ਦੀ ਰਿਪੋਰਟ ਸੀ ਉਹਦੇ ਵਿੱਚ ਹਾਇਰ ਐਜੂਕੇਸ਼ਨ ਨੂੰ ਤਰਜੀਹ ਦਿੱਤੀ ਗਈ ਸੀ ਪਰ ਇਸ ਦੇ ਵਿੱਚ ਕੀ ਹੈ ਹਾਇਰ ਐਜੂਕੇਸ਼ਨ ਦਾ ਜਿਹੜਾ ਵਪਾਰੀਕਰਨ ਹੈ ਨਿੱਜੀਕਰਨ ਹੈ ਉਹ ਕਰ ਦਿੱਤਾ ਗਿਆ। ਤਾਂ ਇਸ ਦੇ ਕੁਝ ਕੁ ਜਿਹੜੇ ਲਾਭ ਨੇ ਪੱਖ ਦੇ ਵਿੱਚ ਜਿਹੜੇ ਵਿਚਾਰ ਨੇ ਕਿ ਸਿੱਖਿਆ ਦੀ ਕੁਆਲਿਟੀ ਵਧੀਆ ਹੋਈ ਇਸ ਦੇ ਨਾਲ। ਵਿਆਪਕ ਸੂਚੀ ਪੱਧਰ ਜਿਹਦੇ ਨਾਲ ਵਿਦਿਆਰਥੀ ਅਤੇ ਅਧਿਆਪਕ ਮਤਲਬ ਕਿ ਇੰਟਰਨੈਸ਼ਨਲ ਪੱਧਰ 'ਤੇ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋਏ। ਤਾਂ ਨਵੇਂ ਆਰਥਿਕ ਬਾਜ਼ਾਰ ਦੀ ਜਿਹੜੀ ਲੋੜ ਹੈ ਉਹ ਇਸ ਦੇ ਨਾਲ ਬਿਰਲਾ ਹਵਾਨੀ ਰਿਪੋਰਟ ਨੇ ਸੱਚ ਹੀ ਕਿਹਾ ਕਿ ਨਿੱਜੀ ਪ੍ਰਾਈਵੇਟ ਯੂਨੀਵਰਸਿਟੀ ਬਿੱਲ ਪਾਸ ਹੋਣ ਦੀ ਲੋੜ ਹੈ ਜਿਸ ਦੇ ਨਵੀਆਂ ਨਿੱਜੀ ਯੂਨੀਵਰਸਿਟੀਆਂ ਦੀ ਸਥਾਪਨਾ ਹੋਵੇ ਅਤੇ ਜਿਹੜੀ ਉੱਚ ਸਿੱਖਿਆ ਹੈ ਹਾਇਰ ਐਜੂਕੇਸ਼ਨ ਹੈ ਉਸ ਦੇ ਵਿੱਚ ਵਿਕਾਸ ਕੀਤਾ ਜਾ ਸਕੇ। ਤਾਂ ਪ੍ਰਾਇਮਰੀ ਅਤੇ ਮੁੱਢਲੀ ਸਿੱਖਿਆ ਦੇ ਵਿੱਚ ਵਿਸ਼ੇਸ਼ ਜ਼ੋਰ ਹੈ ਜਿਹੜਾ ਦਿੱਤਾ ਗਿਆ ਕਿ 14 ਸਾਲ ਤੱਕ ਦੇ ਹਰੇਕ ਬੱਚੇ ਨੂੰ ਜਿਹੜੀ ਸਿੱਖਿਆ ਹੈ ਉਹ ਸਰਕਾਰ ਦਾ ਫਰਜ਼ ਹੋ ਕੇ ਉਸ ਬੱਚੇ ਨੂੰ ਸਿੱਖਿਆ ਪ੍ਰਦਾਨ ਕਰਨੀ। ਤਾਂ ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਖੇਤਰਾਂ ਵਿੱਚ ਪਰਿਵਰਤਨਾਂ ਦੇ ਫਲਸਰੂਪ ਨਿੱਜੀਕਰਨ ਜ਼ਰੂਰੀ ਹੈ। ਸਾਨੂੰ ਕਹਿੰਦੇ ਪਸੰਦ ਹੋਵੇ ਜਾਂ ਨਾ ਹੋਵੇ ਪਰ ਸਾਨੂੰ ਇਸ ਨੂੰ ਸਵੀਕਾਰ ਕਰਨਾ ਪਵੇਗਾ ਕਿਉਂਕਿ ਪਰਿਵਰਤਨ ਦੀ ਲੋੜ ਹੈ। 2020 ਤੱਕ ਭਾਰਤ ਦੇ ਚੀਨ ਪੂਰੇ ਵਿਸ਼ਵ ਦੀ 75 ਜਨਸੰਖਿਆ
ਜਿਨ੍ਹਾਂ ਦੀ ਉਮਰ 15 ਤੋਂ ਲੈ ਕੇ 35 ਤੱਕ ਹੋਵੇਗੀ, ਉਹਨਾਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ ਚੁਣੌਤੀਪੂਰਨ ਹੋ ਗਿਆ, ਖਾਸ ਕਰਕੇ ਵਰਤਮਾਨ ਕਮਜ਼ੋਰ ਬੁਨਿਆਦੀ ਢਾਂਚੇ ਦੇ ਵਿੱਚ। ਤਾਂ ਕਹਿੰਦੇ ਜੇ ਸਿੱਖਿਆ ਦਾ ਨਿੱਜੀਕਰਨ ਹੋਊਗਾ ਤਾਂ ਹੀ ਜਿਹੜਾ ਸਿੱਖਿਆ ਦਾ ਮਿਆਰ ਹੈ ਉੱਚਾ ਚੁੱਕਿਆ ਜਾ ਸਕੇਗਾ, ਕਿਉਂਕਿ ਸਰਕਾਰ ਕੋਲ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਇੰਨੀ ਆਮਦਨ ਨਹੀਂ ਹੈ ਕਿ ਉਹ ਸਿੱਖਿਆ ਦੇ ਲਈ ਖਰਚ ਕਰ ਸਕਣ। ਤਾਂ ਜੇਕਰ ਉਹ ਇਹਨਾਂ ਹਾਇਰ ਐਜੂਕੇਸ਼ਨ ਦਾ ਨਿੱਜੀਕਰਨ ਕਰਦੇ ਨੇ ਤਾਂ ਇਹ ਸੰਸਥਾਵਾਂ ਆਪਣਾ ਵਿਕਾਸ ਹੈ ਜਿਹੜਾ ਉਹ ਖੁਦ ਕਰਨਗੀਆਂ। ਤਾਂ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਮਤਲਬ ਕਿ ਇਸ ਰਿਪੋਰਟ ਦੇ ਪੱਖ ਦੇ ਵਿੱਚ ਇਹ ਦਲੀਲ ਦਿੱਤੀ ਕਿ ਸਮੇਂ ਦੀ ਇਹ ਲੋੜ ਹੈ ਕਿ ਉੱਚ ਸਿੱਖਿਆ ਖੇਤਰ ਦੇ ਵਿੱਚ ਅਜਿਹੀਆਂ ਨੀਤੀਆਂ ਦਾ ਗਠਨ ਹੋਵੇ ਜੋ ਉੱਚ ਸਿੱਖਿਆ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲੇ ਦੀ ਆਰਥਿਕ ਸਹਾਇਤਾ ਕਰੇ, ਤਾਂ ਕਿ ਜਿਹੜੇ ਵਿਦਿਆਰਥੀ ਸਿੱਖਿਆ ਤੋਂ ਵੰਚਿਤ ਰਹਿ ਚੁੱਕੇ ਨੇ ਕਿਸੇ ਆਰਥਿਕ ਸਮਾਜਿਕ ਕਾਰਨ, ਉਹਨਾਂ ਨੂੰ ਵੀ ਇਸ ਸਿੱਖਿਆ ਦੇ ਵਿੱਚ ਸ਼ਾਮਲ ਕੀਤਾ ਜਾ ਸਕੇ, ਉਹਨਾਂ ਨੂੰ ਵੀ ਸਿੱਖਿਆ ਜਿਹੜੀ ਉਹ ਪ੍ਰਦਾਨ ਕੀਤੀ ਜਾ ਸਕੇ। ਥੈਂਕ ਯੂ।